मेरे रक्शे ਉਹਦੇ ਕੋਲ ਨੇ 9 ਲੱਖ ਰੁਪਏ ਦੇ ਮੇਰੇ ਰਕਸ਼ੇ ਨੇ। ਮੇਰੇ ਘਰ ਆਟਾ ਨਹੀਂ ਹੈ, ਮੇਰੇ ਬੱਚੇ ਭੁੱਖੇ ਬੈਠੇ ਨੇ, ਮੈਨੂੰ ਰੋਜ਼ਗਾਰ ਦਾ ਕੋਈ ਸਿਲਸਿਲਾ ਚਲਾ ਦਿਓ। ਉੱਤੋਂ ਮੈਨੂੰ ਟੈਲੀਫੋਨ ਤੇ ਧਮਕੀਆਂ ਲਾ ये कौन ला रहे हैं? ਇਹ ਸਰ ਜਵੇਦ ਇਕਬਾਲ ਲਾ ਰਿਹਾ ਹੈ। ਉਹਨਾਂ ਨੂੰ ਧਮਕੀ ਲਾਉਂਦਾ ਜਦੋਂ ਮੇਰੇ ਪਿਓ ਦੇ ਘਰ ਜਾਂ ਭਰਾਵਾਂ ਘਰ ਖੜਿਆ ਤੇ ਮੈਂ ਇਹਨੂੰ ਬਹੁਤ ਬੁਰਾ ਪੇਸ਼ ਆਵਾਂਗਾ, ਮੈਂ ਇਹਨੂੰ ਖੈਰ ਮਾਰ ਦਿਆਂਗਾ ਤੇ ਮੈਂ ਇਹਨੂੰ ਪੁਲਿਸ ਨੂੰ ਮੈਂ ਐਲ ਤੇ ਲਿਖਣਾ ਨਹੀਂ। ਹਜੇ ਤੱਕ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਉਹ ਬਸ ਇੱਧਰ ਜਾ दिन पहले दरखास्त दी थी। ਇਹ ਸਰ ਦਰਖਾਸਤ ਤਕਰੀਬਨ ਚੌਥਾ ਦੇਣੇ ਅੱਜ। अस्सलाम वालेकुम नाज़रीन, मैं हूं एडी मलक। नाज़रीन, जब कोई गरीब शख्स किसी के पास जाता है कि मेरे पास रोज़गार नहीं है, तो उस पर जो शख्स नरम दिली का मुजाहरा करता है और फिर उसके बाद उसको रोज़गार दे देता है। तो ये जो शख्स मेरे साथ इस वक्त देख रहे हैं, इनका रिक्शों का कारोबार था। इन्होंने एक शख्स को जो कि ख़ुद को मज़लूम ज़ाहिर कर रहा था, जो कि इनके पास इसलिए आया कि मुझे शायद इनसे रोज़गार मिल जाएगा। इन्होंने अपने रिक्शे की चाबी उनके हैंड ओवर की और उनसे ये कहा कि जी आप मुझे जो भी कमाया करेंगे उसमें से दिहाड़ी जो है ना वो मुझे दे दीजिएगा। इन्होंने उस पर अंधा एतमाद किया और उसको अपना रिक्शा दे दिया। फिर उसके बाद उस शख्स ने किस तरह से नौसरबाजी इनके साथ की, किस तरह से इनके रिक्शों को जो है वो इनसे हथियाया और बाहर जाकर सेल कर दिया और अब इनको ये धमकियां दे रहा। वो शख्स कौन है, इनकी जुबानी जानते हैं। सर, क्या नाम है आपका? मोहम्मद अफजल भट्टी सर मेरा नाम। अच्छा भट्टी साहब, मुझे बताइएगा कि किस तरह से ये आपके रिक्शे जो हैं वो चोरी हुए और कौन है वो जो चोरी करने वाला रिक्शे? ਇਹ ਸਰ ਸਾਡੇ ਕੋਲ 4-5 ਦਿਨ ਪਹਿਲ ਇੱਥੇ ਆਂਦਾ ਰਿਹਾ ਵੀ ਮੇਰੇ ਬੱਚੇ ਛੋਟੇ ਨੇ, ਮੈਂ ਬੇਰੁਜ਼ਗਾਰ ਹਾਂ, ਮੇਰੇ ਘਰ ਆਟਾ ਨਹੀਂ ਹੈ, ਮੇਰੇ ਬੱਚੇ ਭੁੱਖੇ ਬੈਠੇ ਨੇ, ਮੈਨੂੰ ਰੋਜ਼ਗਾਰ ਦਾ ਕੋਈ ਸਿਲਸਿਲਾ ਚਲਾ ਦਿਓ। ਇਹ ਮੇਰੇ ਭਾਈ ਨੇ ਜ਼ਾਦ ਇਹਨਾਂ ਦੇ ਕੋਲ ਆ ਕੇ ਬੈਠਦਾ ਰਿਹਾ ਡੇਲੀ। ਤੇ ਫਿਰ ਇੱਕ ਦਿਨ ਤੀਸਰੇ ਚੌਥੇ ਦਿਨ ਮੇਰੇ ਭਾਈ ਨੇ ਕਿਹਾ ਯਾਰ ਇਹ ਵਿਚਾਰਾ ਰੋਜ਼ ਆ ਰਿਹਾ, ਮਜ਼ਲੂਮ ਬੰਦਾ ਤੇ ਯਾਰ ਇਹਦੇ ਤੇ ਕੋਈ ਮਿਹਰਬਾਨੀ ਕਰੋ, ਇਹਨੂੰ ਕੋਈ ਗੱਡੀ ਚਲਾਉਣ ਲਈ ਦੇ ਦਿਓ। ਅਸੀਂ ਉਹਨੂੰ ਚਲਾਉਣ ਲਈ ਦਿੱਤੀ। ਉਹ ਹਫ਼ਤਾ 10 ਦਿਨ ਉਹਨੇ ਚਲਾਈ ਗੱਡੀ। ਫਿਰ ਉਹ ਕਹਿੰਦਾ ਜੀ ਮੈਨੂੰ ਤੁਸੀਂ ਇਸ ਤਰ੍ਹਾਂ ਕਰੋ, ਮੈਂ ਸਾਰੀਆਂ ਗੱਡੀਆਂ ਦੀ ਦਿਹਾੜੀਆਂ ਤੁਹਾਨੂੰ ਦਿਆਂਗਾ, ਠੰਡ ਠੁੰਡ ਹੈਗੀ ਹੈ ਤੇ ਮੈਨੂੰ ਨਾ ਤੁਸੀਂ ਫੋਨ ਮੈਂ ਰੱਖ ਲਓ। ਭੱਟੀ ਸਾਹਿਬ, ਮੈਨੂੰ ਇਹ ਦੱਸੋ ਕਿ ਜਿਹੜਾ ਬੰਦਾ ਆਇਆ ਸੀ ਕਿ ਮੇਰੇ ਬੱਚੇ ਭੁੱਖੇ ਮਰਦੇ ਪਏ ਨੇ ਘਰ, ਉਹਦਾ ਨਾਮ? ਜਵੇਦ ਇਕਬਾਲ ਸਰ ਉਹਦਾ ਨਾਂ ਹੈ। ਉਹ ਕਿੱਥੋਂ ਦਾ ਰਹਿਣ ਵਾਲਾ ਹੈ? ਉਹ ਸਰ ਬੰਨੋ ਪਾਰ ਮਿਲਤ ਮਲਕ ਪਾਰਕ ਦਾ ਰਹਿਸ਼ੀ ਹੈ। ਤੇ ਉਹ ਅਸੀਂ ਸਰ ਉਹਨੂੰ ਇੱਥੇ ਐਜ਼ ਅ ਫੋਰਮੈਨ ਬਣਾ ਲਿਆ, ਬਿਠਾ ਲਿਆ। 18-20 ਹਜ਼ਾਰ ਰੁਪਏ ਤਨਖਾਹ ਸੀ ਕਿ ਦਿਆਂਗੇ। ਉਹਨੇ ਫਿਰ ਡਰਾਈਵਰ ਜਿਹੜੇ ਨਾ, ਉਹਨੇ ਕਿਹਾ ਬੋਸ ਤੁਹਾਡੇ ਆ ਡਰਾਈਵਰ ਠੀਕ ਨਹੀਂ ਹੈ, ਤੁਸੀਂ ਡਰਾਈਵਰ ਜਿਹੜਾ ਨਾ ਮੈਂ ਤੁਹਾਨੂੰ ਦਿੰਦਾ, ਤੁਸੀਂ ਇਹਨਾਂ ਕੋਲ ਗੱਡੀ ਚਲਾਓ, ਕੰਮ ਘੱਟ ਕੱਢਣਗੇ। ਯਾਨੀ ਕਿ ਉਹਦੇ ਗੈਂਗ ਦਾ ਹਿੱਸਾ ਹੈਗੇ ਸਰ? ਉਹਨੇ ਜਿਹੜੇ ਉਹਦੇ ਗਰੋਹ ਦੇ ਹਿੱਸੇ ਸਨ ਨਾ ਬੰਦੇ ਸਾਰੇ, ਇਹਨੇ ਆਪਣੇ ਪੂਰੇ ਗਰੋਹ ਦੇ ਬੰਦੇ ਨੇ ਸ਼ਾਮਲ ਕੀਤੇ ਤੇ ਉਹ ਰਕਸ਼ੇ ਵਗੈਰਾ ਲੈ ਕੇ ਤੇ ਕਹਿੰਦਾ ਜੀ ਅਸੀਂ 32 ਚੌਕ ਵਾਲੀ ਸਾਈਡ ਤੇ ਚਲਾਉਂਦੇ ਆ, ਇਹ ਜਿਹੜਾ ਰੋਡ ਟੁੱਟਾ ਪਿਆ ਹੈ, ਰਕਸ਼ਿਆਂ ਦਾ ਕੰਮ ਨਿਕਲੇਗਾ। ਤੇ ਉਹ 32 ਚੌਕੋਂ ਸ਼ਦਾਰੇ ਚਲਾਉਣ ਵਾਸਤੇ ਇੱਥੋਂ ਲੈ ਗਿਆ ਤੇ ਦੁਬਾਰਾ ਹੁਣ ਤੱਕ ਵਾਪਸੀ ਨਹੀਂ ਆਇਆ। ਸਾਰੇ ਰਿਕਸ਼ੇ ਇਕੱਠੇ ਲੈ ਕੇ ਗਿਆ? ਹਾਂਜੀ, 7 ਦੇ 7 ਗਿਆ। ਮੈਂ ਕਿਹਾ ਵੀ ਸ਼ਾਮ ਨੂੰ ਦਿਹਾੜੀਆਂ, ਮੈਂ ਕਿਹਾ ਕਹਿੰਦਾ ਤੁਹਾਨੂੰ ਮਿਲ ਜਾਣਗੀਆਂ ਦਿਹਾੜੀਆਂ। ਉਹ ਫਿਰ ਜੋ ਗਿਆ ਦੁਬਾਰਾ ਨਹੀਂ ਆਇਆ। ਫਿਰ ਟੈਲੀਫੋਨ ਕੀਤਾ ਨੇ ਇਹ ਮੇਰੇ ਭਾਈ ਨੂੰ, ਫਾਹਦ ਭਾਈ ਨੂੰ। ਉਹਨਾਂ ਨੂੰ ਧਮਕੀ ਲਾਉਂਦਾ ਜੇ ਉਹਨੇ ਕਾਰਵਾਈ ਕੀਤੀ ਪੁਲਿਸ ਜਾਂ ਕਿ ਮੇਰੇ ਪਿਓ ਦੇ ਘਰ ਜਾਂ ਭਰਾਵਾਂ ਘਰ ਖੜਿਆ ਤੇ ਮੈਂ ਇਹਨੂੰ ਬਹੁਤ ਬੁਰਾ ਪੇਸ਼ ਆਵਾਂਗਾ, ਮੈਂ ਇਹਨੂੰ ਫੈਰ ਮਾਰ ਦਿਆਂਗਾ ਤੇ ਮੈਂ ਇਹਨੂੰ ਪੁਲਿਸ ਨੂੰ ਮੈਂ ਐਲ ਤੇ ਲਿਖਣਾ। ਇਹ ਜੋ ਮਰਜ਼ੀ ਕਰ ਲੇ, ਮੇਰਾ ਕੁਝ ਨਹੀਂ ਵਿਗਾੜ ਸਕਦੇ। ਹਾਂਜੀ, ਇਹਦੀ ਜ਼ੁਬਾਨੀ ਹੈ। ਦੱਸੋ ਫਾਦ ਭਾਈ। ਅੱਛਾ, ਤੁਸੀਂ ਜਦੋਂ ਉਹਦੇ ਨਾਲ ਤੁਹਾਡਾ ਰਾਬਤਾ ਹੋਇਆ ਕਿ 2 ਦਿਨ ਗੁਜ਼ਰ ਗਏ ਨੇ, ਰਿਕਸ਼ੇ ਵਾਲਾ ਉਹ ਰਿਕਸ਼ੇ ਵਾਪਸ ਨਹੀਂ ਆ ਰਿਹਾ, 10 ਦਿਨ ਬਾਅਦ ਫਿਰ ਉਹਨੇ ਰਾਬਤਾ ਖੁਦ ਕੀਤਾ, ਫੋਨ ਉਹਨੇ ਬੰਦ ਕਰ ਦਿੱਤੇ ਸਨ। ਤੁਸੀਂ ਉਹਦੀ ਤਲਾਸ਼ ਸ਼ੁਰੂ ਕਰ ਦਿੱਤੀ? ਅਸੀਂ ਫਿਰ ਜਦੋਂ ਅਸੀਂ ਬਾਹਰ ਨਿਕਲੇ ਹਾਂ, ਅਸੀਂ ਸਟੈਂਡਾਂ 'ਤੇ ਚੈੱਕ ਕੀਤਾ ਹੈ। ਸਾਨੂੰ ਸਟੈਂਡਾਂ 'ਤੇ 3-4 ਮੋਟਰਸਾਈਕਲਾਂ ਆਪਣੀਆਂ ਵੀਲ ਲੱਥੇ ਤੇ ਵੀਲ ਉਹਨੇ ਵੱਖਰੇ ਵੇਚ ਦਿੱਤੇ, ਮੋਟਰਸਾਈਕਲਾਂ ਸੁੱਟੀਆਂ ਸਟੈਂਡਾਂ 'ਤੇ। ਵੇਚੀਆਂ ਕਿੱਥੇ ਸੀ ਇਹਨੇ? ਤੇ ਉਹ ਬਾਡੀਆਂ ਜਿਹੜੀਆਂ ਇਹਨੇ ਨਾ ਡਬਲ ਸੜਕਾਂ 'ਤੇ ਆਪਣਾ ਮਕਸੂਦ ਹੈਗਾ ਉਹਦਾ ਜਿਹੜਾ ਮੁੰਡਾ ਹੈ ਉਹਨੂੰ ਵੇਚੀਆਂ ਨੇ ਤੇ ਡਬਲ ਸੜਕਾਂ 'ਤੇ। ਉਹ ਕੀ ਕੰਮ ਕਰਦਾ, ਕਬਾੜੀਆ ਸੀ ਕੋਈ? ਉਹ ਮਾਲ ਖਰੀਦਦੇ ਵੇਚਦੇ ਨੇ ਰਕਸ਼ੇ। ਤੇ ਉਹ ਵੀ ਮੈਨੂੰ ਉੱਥੋਂ ਪਤਾ ਲੱਗਾ ਜਦੋਂ ਮੈਂ ਰੋਡ ਦੇ ਉੱਤੇ ਬਾਡੀ ਫੜੀ ਹੈ। ਮੈਂ ਕਿਹਾ ਯਾਰ ਇਹ ਤੇ ਬਾਡੀ ਸਾਡੀ ਹੈ। ਉਹ ਇੱਕ ਇੱਕ ਕਰਕੇ 5 ਬੰਦੇ ਜਿਹੜੇ ਨਾ ਬਾਬੇ ਕੋਲ ਹੀ ਲੈ ਗਏ ਮੈਨੂੰ ਕਿ ਵੀ ਇਹਦੇ ਕੋਲ ਹੀ ਖਰੀਦੀਆਂ। ਤੇ ਉਹਨੂੰ ਮੈਂ ਜਦੋਂ ਜਾ ਕੇ ਕਿਹਾ ਯਾਰ ਇਹ ਤੇ ਮਾਲ ਮੇਰਾ ਜਿਹੜਾ ਤੂੰ ਹੈ, ਮੈਂ ਕਿਹਾ ਕਹਿੰਦਾ ਜੀ ਅਸੀਂ ਉਹ ਚੋਰ ਕੋਲ ਲਿਆ ਮੁੱਲ ਤੇ ਤੁਹਾਡਾ ਇਹਦੇ ਨਾਲ ਕੋਈ ਲਿੰਕ ਲੈਣਾ ਨਹੀਂ ਹੈ, ਤੁਸੀਂ ਜੋ ਮਰਜ਼ੀ ਕਰ ਲਓ। ਤੇ ਮੈਂ ਕਿਹਾ ਜੀ ਮਿਹਰਬਾਨੀ ਕਰੀ, ਰਿਕੁਐਸਟ ਕੀਤੀ। ਮੈਂ ਫਿਰ ਲਿਆਦਾ, ਉਹਨੂੰ ਕਿਸੇ ਨੇ ਮੇਰੀ ਨਾ ਸੁਣੀ ਤੇ ਮੈਂ ਜਨਾਬੇ ਵਾਲੀ ਨਵੇਂ ਕੋਟ ਥਾਣੇ ਆਪਣਾ ਰਜੂ ਕੀਤਾ ਤੇ ਉਹਨਾਂ ਨੇ 2-3 ਦਿਨ ਗੱਲ ਨਹੀਂ ਗੋਰੀ। ਫਿਰ ਤੁਹਾਡੇ ਭਰਾਵਾਂ ਨੇ ਕੋਈ ਮਿਹਰਬਾਨੀ ਕਰ। ਯਾਨੀ ਕਿ ਤੁਸੀਂ ਜਦੋਂ ਆਪਣੀ ਚੋਰੀ ਦੀ ਦਰਖਾਸਤ ਲੈ ਕੇ ਥਾਣੇ ਗਏ ਸੀ, ਉਹਨਾਂ ਨੇ ਅਜੇ ਤੱਕ ਮੁਕੱਦਮਾ ਨਹੀਂ ਦਰਜ ਕੀਤਾ? ਨਹੀਂ, ਹਜੇ ਤੱਕ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਉਹ ਬਸ ਇੱਧਰ ਜਾ। ਕਿੰਨੇ ਦਿਨ ਪਹਿਲੇ ਦਰਖਾਸਤ ਦਿੱਤੀ ਸੀ? ਇਹ ਸਰ ਦਰਖਾਸਤ ਤਕਰੀਬਨ ਚੌਥਾ ਦਿਨ ਹੈ ਅੱਜ। 4 ਦਿਨ ਹੋ ਗਏ ਨੇ ਦਰਖਾਸਤ ਦਿੱਤੇ, ਅਜੇ ਤੱਕ ਮੁਕੱਦਮਾ ਨਹੀਂ ਦਰਜ ਹੋਇਆ? ਪਹਿਲੇ ਮੈਂ ਗਿਆ 2-3 ਵਾਰੀ, ਉਹ ਸਿਰਫ ਪੁੱਛ ਗਿੱਛ ਹੀ ਕਰਦੇ ਰਹੇ ਕਿ ਵੀ
ਇਹ ਕਿਵੇਂ ਹੋ ਸਕਦਾ ਹੈ, ਮੈਂ ਕਿਵੇਂ ਉਹ ਲੈ ਗਿਆ। ਉਹ ਸਰ ਹਰਾਸਮੈਂਟ ਕਰਦੇ ਨੇ ਬੰਦੇ ਨੂੰ। ਕਿੰਨੇ ਟੋਟਲ ਰਕਸ਼ੇ ਸੀ ਤੁਹਾਡੇ? ਮੇਰੇ ਕੋਲ ਸਰ 10-11 ਰਕਸ਼ੇ ਨੇ। ਕਿੰਨੇ ਚੋਰੀ ਹੋਏ ਨੇ? 7 ਰਕਸ਼ੇ ਸਰ ਉਹ ਲੈ ਗਏ ਜਿਹੜੇ ਉਹਦੇ ਟੇਕ ਓਵਰ ਹੋਏ ਸਨ। ਇਹ ਤਾਂ ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਦੂਸਰੇ ਨਹੀਂ ਨਾਲ ਲੈ ਗਿਆ ਬੰਦੇ। ਉਹ ਡਰਾਈਵਰ ਮੇਰੇ ਜਿਹੜੇ ਸਨ। ਬਾਕੀ ਡਰਾਈਵਰ ਉਹਨੇ ਲਿਆਂਦੇ ਸੀ, ਅੰਗੇਜ ਕੀਤੇ ਸੀ ਕਿ ਜੀ ਇਹ ਬੜੇ ਚੰਗੇ ਨੇ, ਉਹਨਾਂ ਦੇ ਬਾਰੇ ਤੁਹਾਨੂੰ ਪਤਾ ਉਹ ਕਿੱਥੋਂ ਦੇ ਨੇ? ਉਹਨਾਂ 'ਚ ਇੱਕ ਡਰਾਈਵਰ ਫੜਿਆ ਸੀ। ਉਹ ਕਹਿੰਦਾ ਜੀ ਇਹਨੇ ਮੈਨੂੰ ਮੋਟਰਸਾਈਕਲ ਵੇਚੀ ਹੈ 16,500 ਰੁਪਏ ਦੀ। ਉਹਦੀ ਵੀਡੀਓ ਮੈਂ ਜਨਾਬ ਦੀ ਨਜ਼ਰ ਕੀਤੀ ਹੈ। ਉਹ 16,500 ਦੀ ਮੋਟਰਸਾਈਕਲ ਉਹਨੂੰ ਵੇਚ ਕੇ ਤੇ ਉਹਨੂੰ ਕਹਿੰਦਾ ਜੀ ਮੈਂ ਤੁਹਾਨੂੰ ਕਾਗਜ਼ ਲਿਆ ਦਿਆਂਗਾ 5-6 ਹਜ਼ਾਰ ਰੁਪਏ। ਇਹਨੇ ਬਾਅਦ 'ਚ ਵੀ ਲੈਣਾ ਸੀ ਉਹਦੇ ਕੋਲੋਂ ਤੇ ਉਹ ਫਰਾਰ ਹੋ ਗਿਆ। ਕਿੰਨੀ ਇਹਨਾਂ ਦੇ ਨਾਲ ਤੁਹਾਡੀ ਦਿਹਾੜੀ ਤੈਅ ਹੋਈ ਸੀ ਕਿ ਤੁਸੀਂ ਰੋਜ਼ਾਨਾ ਮੈਨੂੰ ਦਿਹਾੜੀ ਦਿਆ ਕਰੋ? 600 ਰੁਪਏ ਦਿਹਾੜੀ ਦੇ ਹਿਸਾਬ ਨਾਲ ਸਾਨੂੰ ਉਹ ਪੈਸੇ ਦਿੰਦਾ ਸੀ 7 ਰਕਸ਼ਿਆਂ ਦੇ। ਕਦੀ 3,000 ਦੇ ਦਿੰਦਾ ਸੀ, ਕਦੀ 3,500, ਕਦੀ 2,500 ਦੇ ਦਿੰਦਾ ਜੀ ਅੱਜ ਹੀ ਕੰਮ ਕਰਾਇਆ ਯਾਨੀ ਕਿ ਐਸਾ। ਪੂਰੇ ਇੱਕ ਦਿਨ ਵੀ ਨਹੀਂ ਦਿੱਤੇ? ਉਹ ਬੱਧੀ ਦਿਹਾੜੀ ਦਾ ਨਹੀਂ ਸੀ ਹਿਸਾਬ ਵੀ ਜਿੰਨੇ ਕੁ ਵਿੱਚੋਂ ਆਪਣਾ ਖਰਚਾ ਰੱਖ ਕੇ ਮੈਨੂੰ ਬਕਾਇਆ ਦੇ ਦਿੰਦਾ ਸੀ। ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਰਕਸ਼ੇ ਜਿਹੜੇ ਹੈਗੇ ਨੇ ਇਹ ਲੈ ਕੇ ਨੱਸ ਗਿਆ ਹੈ, ਤੁਸੀਂ ਇਹਦੇ ਘਰਦਿਆਂ ਦੇ ਨਾਲ ਰਾਬਤਾ ਕੀਤਾ ਜਾਂ ਉਹਨਾਂ ਨੇ ਕੀ ਕਿਹਾ? ਮੈਂ ਸਰ ਗਿਆ ਇਹਦੇ ਵਾਲਦ ਦੇ ਕੋਲ। ਮੈਂ ਕਿਹਾ ਜੀ ਇਸ ਤਰ੍ਹਾਂ ਤੁਹਾਡਾ ਬੇਟਾ ਜਿਹੜਾ ਨਾ ਮੇਰੇ ਰਕਸ਼ੇ ਉਹਦੇ ਕੋਲ ਨੇ 9 ਲੱਖ ਰੁਪਏ ਦੇ ਮੇਰੇ ਰਕਸ਼ੇ ਨੇ ਉਹਦੇ ਕੋਲ ਨੇ। ਤੇ ਜਨਾਬੇ ਵਾਲੀ ਉਹ ਬਾਪ ਉਹਦੇ ਜਿਹੜਾ ਵਾਲਦ ਹੈ ਉਹ ਸ਼ੋਰ ਪਾਉਣ ਲੱਗ ਪਿਆ ਬਾਹਰ ਨਿਕਲ ਕੇ। ਰੋਲਾ ਵਾਲਾ ਪਾਇਆ ਉਹਨੇ ਕਿਹਾ ਤੂੰ ਮੇਰੇ ਵੱਲੋਂ ਸਾਡੇ ਵੱਲੋਂ ਗੋਲੀ ਮਾਰੋ ਉਹਨੂੰ, ਸਾਡੇ ਵੱਲੋਂ ਫਾਰਗ ਹੈ, ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ, ਵਾਸਤਾ ਨਹੀਂ ਹੈ। ਮੈਂ ਕਿਹਾ ਤੁਸੀਂ ਜਦੋਂ ਪਹਿਲੇ ਮੈਂ ਰਕਸ਼ੇ ਦਿੱਤੇ ਸੀ ਪਤਾ ਕਰਨ ਆਇਆ ਸਾਂ, ਤੁਸੀਂ ਕਿਹਾ ਨਹੀਂ ਅਸੀਂ ਮਿਲ ਕਦੀ ਕਦਾਰ ਉਹਦਾ ਬੱਚਾ ਬਿਮਾਰ ਹੈ ਮੈਂ ਜਾਣਾ ਪਤਾ ਕਰਨ। ਤੇ ਹੁਣ ਮੈਂ ਕਿਹਾ ਤੁਸੀਂ ਜਦੋਂ ਮੈਂ ਕਿਹਾ ਉਹ ਲੱਭ ਨਹੀਂ ਰਿਹਾ ਤੁਸੀਂ ਕਹਿੰਦੇ ਗੋਲੀ ਮਾਰੋ। ਇਹ ਸਾਰੇ ਰਲੇ ਮਿਲੇ ਨੇ। ਇਹ ਮੇਰੇ ਨਾਲ ਰਲ ਮਿਲ ਕੇ ਗੇਮ ਕਰ ਰਹੇ ਨੇ, ਮੇਰੇ ਨਾਲ ਜ਼ਿਆਦਤੀ ਕਰ ਰਹੇ ਨੇ। ਉੱਤੋਂ ਮੈਨੂੰ ਟੈਲੀਫੋਨ ਤੇ ਧਮਕੀਆਂ ਲਾ ਰਹੇ ਨੇ। ਇਹ ਧਮਕੀਆਂ ਕੌਣ ਲਾ ਰਿਹਾ? ਇਹ ਸਰ ਜਵੇਦ ਇਕਬਾਲ ਲਾ ਰਿਹਾ ਹੈ। ਉਹੀ ਮੁਲਜ਼ਮ ਜਿਹੜਾ ਰਕਸ਼ੇ ਲੈ ਗਿਆ? ਉਹੀ ਮੁਲਜ਼ਮ ਲਾ ਰਿਹਾ ਸਰ। ਵਜ਼ੀਰੇ ਵਾਲਾ ਤੋਂ ਗੁਜ਼ਾਰਿਸ਼ ਹੈ ਕਿ ਜਨਾਬ ਮੈਨੂੰ ਇਨਸਾਫ ਦਿੱਤਾ ਜੇ ਤੇ ਇਹਨਾਂ ਨੂੰ ਜਿਹੜੇ ਇਹ ਪੇਸ਼ਾਵਰ ਮੁਜਰਮ ਹੈ ਸਰ ਇਹਨੂੰ ਇਹਦੇ ਅੰਜਾਮ ਤੇ ਪਹੁੰਚਾਇਆ ਜੇ। ਅੱਛਾ, ਅਗਰ ਤੁਸੀਂ ਜਦੋਂ ਇਹਨੂੰ ਰਿਕਸ਼ੇ ਇਹ ਤੁਹਾਡੇ ਕੋਲ ਆਇਆ ਸੀ ਕਿ ਜੀ ਮੈਂ ਬੇਰੋਜ਼ਗਾਰ ਹੈਗਾ ਵਾਂ, ਤਾਂ ਜੀ ਤੁਸੀਂ ਥੋੜੀ ਜੀ ਜਾਣ ਪਹਿਚਾਣ ਕਰਦੇ ਤੇ ਸਰ ਅਸੀਂ ਆਈਡੀ ਕਾਰਡ ਦੀ ਕਾਪੀ ਲਈਏ ਫਿਰ ਇਹਦਾ ਘਰ ਦੇਖਿਆ। ਇਹਦੇ ਬੱਚੇ ਜਦੋਂ ਤੁਸੀਂ ਘਰ ਇਹਦਾ ਵੇਖਣ ਗਏ ਸੀ ਉੱਥੇ ਕੌਣ ਤੁਹਾਨੂੰ ਮਿਲਿਆ ਸੀ? ਉੱਥੇ ਦੀ ਬੀਵੀ ਸੀ, ਇਹਦੇ ਬੱਚੇ ਸਨ। ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਕੀ ਕਹਿਣਾ ਸੀ, ਪਰ ਅੰਦਰ ਗਿਆ ਪਾਣੀ ਲਿਆ ਕੇ ਪਿਲਾਇਆ ਉਹਨੇ। ਉਹਦੇ ਬੱਚਾ ਪਾਪਾ ਪਾਪਾ ਕਹਿ ਰਹੇ, ਸਾਨੂੰ ਯਕੀਨ ਹੋ ਗਿਆ ਕਿ ਨਹੀਂ ਇਹ ਸਹੀ ਹੈ, ਰੀਅਲ ਹੈ। ਉਹਦੇ ਭਰਾ ਦਾ ਘਰ ਸਾਹਮਣੇ ਸੀ। ਉਹ ਪੁੱਛਿਆ ਪਰਚੂਨ ਵਾਲਿਆਂ ਨੂੰ ਕਿ ਇਹਦੇ ਭਰਾ ਦਾ ਘਰ ਹੈ। ਇਹਦੇ ਪਿਓ ਜਿਹੜੇ ਹਵੇਲੀ 'ਚ ਸੀ। ਫਿਰ ਅਸੀਂ ਪੂਰੀ ਤਸਦੀਕ ਕਰਕੇ ਫਿਰ ਉਹਦੇ ਤੇ ਇਤਮਾਦ ਕੀਤਾ। ਯਾਨੀ ਕਿ ਤੁਸੀਂ ਸਾਰੀ ਤਸਦੀਕ ਕਰਨ ਦੇ ਬਾਵਜੂਦ ਵੀ ਉਹ ਨੌਸਰਬਾਜ਼ ਹੈਗਾ ਸੀ, ਉਹ ਲੈ ਕੇ ਗਿਆ ਇੱਥੇ। ਉਹ ਮਕਾਨ ਉਦੋਂ ਦਾ ਉਹ ਤਾਲੇ ਵੱਜੇ ਨੇ ਤੇ ਆਪ ਹੋ ਗਿਆ ਵੇ। ਬੀਵੀ ਤੁਹਾਡਾ ਕੀ ਮੁਤਾਲਬਾ ਹੈਗਾ? ਪੁਲਿਸ ਤੁਹਾਡਾ ਮੁਕੱਦਮਾ ਵੀ ਦਰਜ ਨਹੀਂ ਕਰਦੀ ਪਈ, ਉਹ ਚੋਰ ਤੁਹਾਨੂੰ ਧਮਕੀਆਂ ਦੇ ਰਿਹਾ। ਸਰ ਅਸੀਂ ਤੇ ਇਹੀ ਵਜ਼ੀਰੇ ਵਾਲਾ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਰ ਸਾਡੇ ਤੇ ਮਿਹਰਬਾਨੀ ਨਜ਼ਰੇ ਗੌਰ ਕਰਨ। ਇਹ ਪੇਸ਼ਾਵਰ ਮੁਜਰਮ ਹੈ ਸਰ, ਇਹਨੂੰ ਗ੍ਰਿਫਤ ਨਾ ਪਾਈ ਤੇ ਇਹ ਮਜ਼ੀਦ ਹੋਰ ਕਈ ਲੋਕਾਂ ਦਾ ਨੁਕਸਾਨ ਕਰੇਗਾ। ਤੇ ਲਿਹਾਜ਼ਾ ਮਿਹਰਬਾਨੀ ਹੈ ਮੇਰੇ ਤੇ ਰਹਿਮ ਕਰਵਾਓ। ਮੇਰੇ ਮੁਤਲਕਾ ਜਿਹੜੀ ਪੁਲਿਸ ਹੈ ਸਰ ਕਾਰਵਾਈ ਕਰਾ ਕੇ ਮੇਰੇ ਸਮਾਨ ਵੀ ਸਰ ਮੇਰੇ ਸਾਹਮਣੇ ਹੈ ਜਿਹੜਾ ਉਹਨੇ ਸੁੱਟਿਆ ਹੈ, ਵੇਚਿਆ ਹੈ, ਉਹਦੀ ਵੀਡੀਓ ਵੀ ਸਰ ਸ਼ਾਮਲ ਹੈ। ਤੇ ਫਿਰ ਵੀ ਤਕਰੀਬਨ ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਤਕਰੀਬਨ ਕਿੰਨੇ ਮਾਲੀਅਤ ਦਾ ਤੁਹਾਡਾ ਨੁਕਸਾਨ ਹੋਇਆ? ਮੇਰਾ ਸਰ 9 ਲੱਖ ਰੁਪਏ ਦਾ ਮਾਲ ਹੈ ਸਰ ਜਿਹੜਾ ਲੈ ਕੇ ਨਿਕਲ ਗਿਆ। ਮੇਰਾ ਸਮਾਨ ਜਿੰਨਾ ਕਬਾੜੀਆਂ ਕੋਲ ਹੈ ਸਰ ਮੈਂ ਉਹਨਾਂ ਕੋਲ ਵੀ ਨਹੀਂ ਲੈ ਸਕਦਾ, ਕਿਉਂਕਿ ਮੇਰੀ ਪੁਲਿਸ ਹੈਲਪ ਕਰੇਗੀ ਤੇ ਸਰ ਮੈਂ ਕੁਝ ਕਰ ਸਕਣਾ। ਉਹ ਕਹਿੰਦੇ ਨੇ ਜੀ ਅਸੀਂ ਨਹੀਂ ਦੇਣਾ। ਤੇ ਪੁਲਿਸ ਕੋਈ ਤੁਹਾਡੇ ਨਾਲ ਕੋਈ ਜਿਹੜਾ ਹੈਗਾ ਨਾ ਤਾਵਨ ਨਹੀਂ ਕਰ? ਹਜੇ ਤੱਕ ਜਿਹੜਾ ਨਾ ਪੁਲਿਸ ਸਰ ਹੁਣ ਉਹ ਕਹਿੰਦੇ ਨੇ ਪਰਚਾ ਹੋਏਗਾ ਤੇ ਫਿਰ ਅਸੀਂ ਤੁਹਾਡੇ ਨਾਲ ਚੱਲਾਂਗੇ। ਤੇ जी बिल्कुल नाज़रीन, आपने सारी गुफ्तगू सुनी कि एक शख्स जो कि इनके पास दाद रसी के लिए आता है कि मैं बेरोज़गार हूँ, मेरे बच्चे भूखे मर रहे हैं, तो मुझे रोज़गार दे दें। इन्होंने मुकम्मल तस्दीक की और उस शख्स को अपना रिक्शा दिया और फिर उस बंदे ने, उस नौसरबाज, उस चोर ने अपने जो गैंग के जो उसके साथी थे उनको कैसे इन्वॉल्व किया और फिर उसके बाद इनके तकरीबन 7 रिक्शे जो है ना वो लेके फ़रार हो चुका है। अब इनको फ़ोन पर धमकियाँ देता है कि अगर आप लोगों ने मुझ पर कानूनी कार्रवाई करने की कोशिश की तो मैं आपको जानी नुकसान भी पहुंचाऊंगा। जब इन्होंने मुतलका पुलिस स्टेशन थाना नवाकोट के साथ रब्ता किया, उनको जाके दरख्वास्त दी कि मेरे साथ ये फ्रॉड हुआ है, मेरी ये मालियत के रिक्शे जो हैं वो चोरी हो चुके हैं। अब हमारी जो पुलिस रवायती जो उनका अंदाज है वो इनको टाल मटोल पर जो है वो तसलियां दे रही है। वो जाकर ये जाते हैं उनके पास कि जी हमारी इस दरख्वास्त पर कार्रवाई करें। तो जो मुतलका पुलिस ऑफिसर है जिनको इनकी एप्लीकेशन मार्क हुई है वो इनको हरासा करता है कि ऐसे कैसे हो सकता है, कौन आपके जो रिक्शे हैं वो चोरी कर सकता है। तो ये पुलिस की कारकर्दगी पर भी बड़ा सवालिया निशान है, क्योंकि आप थानों को तो बड़ा लविश किस्म का बनाने की कोशिश कर रहे हैं और दिखा रहे हैं और बना भी रहे हैं। तो जबकि थानों के अंदर जो अफसरान बैठे हैं उनकी जो असलियत है वो ये है
कि वहाँ पर आने वाले शहरी जो कि अपनी जमा पूंजी खो बैठते हैं, उनके साथ आपकी पुलिस क्या रवैया अख्तियार करती है, ये आपके सारा कुछ सामने है। तो इसी के साथ इजाज़त दीजिएगा और उम्मीद करता हूँ कि इनके चोर को जल्द पुलिस गिरफ्तार करेगी और फिर इनका जो चोरी शुदा जो माल है, जो इनके चोरी हुए रिक्शे हैं, वो ज़रूर इनको वापस दिलवाएगी। इसी के साथ इजाज़त चाहूँगा। अल्लाह ने के बाद।